ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਰ ਬੰਦੋ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਕਹਾਂ ਬੁੱਧ ਪ੍ਰਭ ਕੁਛ ਹਮਾਰੀ। ਵਰਨ ਸਕੈ ਜੋ ਮਹਿਮਾ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਉ ਮਾਲੀ ਨੇ ਨਮ ਕਹਿਓ। ਆਗਾ ਮੋ ਸੁਨਾਏ। ਕਹਾਂ ਗਇਓ ਜੈ ਕਹਾਂ ਕੀਓ। ਫਿਰਿਓ ਕਹਾਂ ਦੇ ਸ਼ਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਗੁਰੂ ਰੂਪ ਗੁਰੂ ਖਾਲਸਾ ਗੁਰੂ ਪੰਥ ਸੰਗਤ ਜੀਓ ਵਡਭਾਗੇ ਹੋ। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਗੁਰੂ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਰਤੀ ਆਰਤੇ ਦਾ ਆਪ ਜੀ ਨੇ ਸਰਵਣ ਕੀਤਾ ਹੈ। 18ਵੀਂ ਸਦੀ ਦਾ ਸਿੱਖ ਇਤਿਹਾਸ ਆਪ ਜੀ ਸਰਵਣ ਕਰਦੇ ਆ ਰਹੇ ਹੋ। ਆਪ ਜੀ ਨੇ ਪਿਛਲੇ ਪ੍ਰਕਰਨ ਦੇ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਕਾਲੀ ਨਿਹੰਗ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਦੋ ਹੱਥ ਕੀਤੇ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਦੇ ਸ਼ਹੀਦੀ ਅਸਥਾਨ ਅਕਾਲ ਤਖਤ ਸਾਹਿਬ ਜੀ ਦੀ ਬੈਕ ਸਾਈਡ ਸੁਸ਼ੋਭਿਤ ਕਰ ਦਿੱਤੇ ਪੰਥ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਕਵੀ ਜੀ ਦੇ ਜੋ ਅਨੁਭਵ ਸਨ, ਉਹਨਾਂ ਦੀਆਂ ਅੰਦਰਲੀਆਂ ਜੋ ਭਾਵਨਾਵਾਂ ਸਨ, ਉਹ ਵੀ ਆਪ ਜੀ ਨੇ ਸਰਵਣ ਕੀਤੀਆਂ ਕਿ ਉਹਨਾਂ ਦਾ ਜਨਮ ਕਿੱਥੇ ਹੋਵੇਗਾ ਆਦਿ। ਹੁਣ ਅਸੀਂ ਅਗਲਾ ਪ੍ਰਕਰਨ ਜਿਹੜਾ ਹੈ ਸ਼ੁਰੂ ਕਰਨ ਜਾ ਰਹੇ ਹਾਂ। ਆਓ ਇਸ ਕਥਾ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈ ਵਿਚਾਰ ਚੱਲ ਰਹੀ ਹੈ ਸਰਵਣ ਕਰੀਏ। ਦਿਓ ਅਸੀਸ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਉ ਮਾਲੀ ਨੇ ਹਮ ਕਹਿਓ। ਆਗਾ ਮੋ ਸੁਨਾਏ। ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਕਹਿ ਰਹੇ ਨੇ ਕਿ ਜਦੋਂ ਬਾਬਾ ਜੀ ਦੀ ਸ਼ਹੀਦੀ ਹੋ ਗਈ ਤੇ ਉਪਰੰਤ ਇਹ ਸਾਰੀ ਕਥਾ ਲਿਖੀ ਗਈ ਤੇ ਜਿਹੜੇ ਮਰੀ ਸਾਹਿਬ ਸਨ, ਮਾਲੀ ਸਾਹਿਬ ਸਨ, ਉਹ ਇਹ ਕਥਾ ਜਿਹੜੀ ਸੀ ਲਿਖਾ ਵੀ ਰਹੇ ਸਨ ਤੇ ਸੁਣ ਵੀ ਰਹੇ ਸਨ। ਕਿਉਂਕਿ ਸਰ ਡੇਵਿਡ ਆਫਟਰ ਲੋਨੀ ਨੇ ਕੈਪਟਨ ਮਰੇ ਨੂੰ ਇਹ ਕਿਹਾ ਸੀ ਕਿ ਤੁਸੀਂ ਜਿਹੜਾ ਹੈ ਨਾ ਬੂਟਾ ਸ਼ਾਹ ਮੁਹੰਮਦ ਕੋਲੋਂ ਇਹ ਇਤਿਹਾਸ ਜਿਹੜਾ ਹੈ ਸਿੱਖਾਂ ਦਾ ਲਿਖਾਓ। ਕਿਉਂਕਿ ਕੈਪਟਨ ਮਰੇ ਜਿਹੜਾ ਸੀ ਲੁਧਿਆਣੇ ਦਾ ਗਵਰਨਰ ਸੀ ਤੇ ਜਿਹੜਾ ਸਰ ਡੇਵਿਡ ਆਫਟਰ ਲੋਨੀ ਸੀ ਉਹ ਪੰਜਾਬ ਖਿੱਤੇ ਦਾ ਜਿਹੜਾ ਸੀ ਸਰਪ੍ਰਸਤ ਸੀ। ਇਸ ਕਰਕੇ ਉਹਨੇ ਕੈਪਟਨ ਨੂੰ ਜਿਹੜਾ ਸੀ ਕਹਿਣਾ ਕੀਤਾ ਉਦੋਂ ਕਿ ਤੂੰ ਜਿਹੜੀ ਹੈ ਉਹ ਮੁਹੰਮਦ ਸ਼ਾਹ ਬੂਟੇ ਦੇ ਕੋਲੋਂ ਇਹ ਕਥਾ ਲਿਖਾ ਤੇ ਸੁਣ। ਤੇ ਉਦੋਂ ਰਤਨ ਸਿੰਘ ਜੀ ਭੰਗੂ ਜੀ ਨੇ ਕਿਹਾ ਸੀ ਕਿ ਉਹਨੇ ਪੂਰੀ ਨਹੀਂ ਦੱਸਣੀ ਕਹਾਣੀ, ਇਸ ਕਰਕੇ ਮੈਂ ਤੁਹਾਨੂੰ ਜਿਹੜੀ ਹੈ ਉਹ ਸਾਰੀ ਕਥਾ ਸਿੱਖਾਂ ਦਾ ਇਤਿਹਾਸ ਜਿਹੜਾ ਹੈ ਲਿਖ ਵੀ ਦਿੰਦਾ ਹਾਂ ਤੇ ਸੁਣਾ ਵੀ ਦਿੰਦਾ। ਹੁਣ ਮਰੇ ਸਾਹਿਬ ਇਹ ਸਾਰੀ ਕਥਾ ਸੁਣ ਰਹੇ ਸਨ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਜਿੰਨੀ ਵੀ ਪਿੱਛੇ ਹੋ ਚੁੱਕੀ ਹੈ ਪੰਥ ਪ੍ਰਕਾਸ਼ ਦੀ ਕਥਾ। ਹੁਣ ਉਹ ਕਹਿੰਦੇ ਹਨ ਕਵੀ ਰਾਜ ਜੀ ਕਿ ਜਦੋਂ ਸ਼ਹੀਦੀ ਸੁਣ ਲਈ ਨਾ ਕੈਪਟਨ ਜੀ ਹੁਣਾਂ ਨੇ, ਉਦੋਂ ਕਹਿੰਦੇ ਵੀ ਹੁਣ ਦੱਸੋ
ਅੱਗੇ ਜਿਹੜੀ ਹੈ, ਅੱਗੇ ਕਿਹੜੀ ਕਹਾਣੀ ਚੱਲੀ, ਅੱਗੇ ਜਿਹੜਾ ਹੈ ਉਹ ਕਥਾ ਦੇ ਵਿੱਚ ਕੀ ਹੁੰਦਾ ਹੈ, ਉਹ ਮੈਨੂੰ ਸੁਣਾਓ ਜੀ। ਕਹਾਂ ਗਇਓ ਜੈ ਕਹਾਂ ਕੀਓ, ਫਿਰਿਓ ਕਹਾਂ ਤੇ ਸਾਹੇ। ਆਂਦੇ ਮਰੇ ਸਾਹਿਬ ਮੈਨੂੰ ਕਹਿੰਦੇ ਕਿ ਅਬਦਾਲੀ ਜਿਹੜਾ ਹੈ ਉਹ ਕਿੱਥੇ ਗਿਆ, ਉਹਨੇ ਫਿਰ ਕੀ ਕੀਤਾ। ਤੇ ਉਹ ਜਿਹੜਾ ਸ਼ਾਹ ਸੀ ਚੜ੍ਹ ਕੇ ਆਇਆ ਸੀ ਦਿੱਲੀ ਵੱਲ ਨੂੰ, ਜਿਹਨੇ ਆਪਣੇ ਨਜੀਬ ਖਾਨ ਰੁਹੇਲੇ ਦੇ ਨਾਲ 30 ਕਰੋੜ ਰੁਪਈਆ ਮੰਗਣਾ ਤੈਅ ਕੀਤਾ ਸੀ, ਕਿ ਉਹ ਫਿਰ ਪੰਜਾਬ ਦੇ ਵਿੱਚੋਂ ਵਾਪਸ ਮੁੜ ਗਿਆ, ਕਿ ਸਿੱਖਾਂ ਨੇ ਉਹਦਾ ਪਿੱਛਾ ਛੱਡ ਦਿੱਤਾ, ਉਹਦੇ ਨਾਲ ਕੀ ਵਾਪਰਿਆ, ਮੈਨੂੰ ਉਹ ਸਾਰੀ ਕਥਾ ਜਿਹੜੀ ਹੈ ਨਾ ਉਹ ਦੱਸਣੀ ਕਰ। ਚੌਪਈ ਔ ਦਿੱਲੀ ਕਹੀ ਥੀ ਜੋ ਤੁਮ ਘੇਰੀ। ਜਿਹੜਾ ਤੂੰ ਕਹਿਣਾ ਸੀ ਨਾ ਕਿ ਦਿੱਲੀ ਜਿਹੜੀ ਹੈ ਉਹ ਜਵਾਹਰ ਮਲ ਨੇ ਘੇਰ ਲਈ ਹੈ, ਤੇ ਨਜੀਬ ਖਾਨ ਰੁਹੇਲਾ ਜਿਹੜਾ ਹੈ ਉਹ ਅੰਦਰ ਵੜਿਆ ਹੋਇਆ ਹੈ, ਤੇ ਹੁਣ ਮੈਨੂੰ ਉਹ ਦਿੱਲੀ ਬਾਰੇ ਵੀ ਤੂੰ ਜਿਹੜਾ ਹੈ ਦੱਸਣਾ ਕਰ। ਤਕਸੀਰ ਰੁਹੇਲੇ ਨਜੀਬੈ ਘੇਰੀ। ਤਸਕੀਰ ਦੇ ਅਰਥ ਆਉਂਦੇ ਨੇ ਗਲਤੀ ਕਰਨੀ। ਆਂਦੇ ਜਿਹੜੇ ਨਜੀਬ ਖਾਨ ਰੁਹੇਲੇ ਨੇ ਅਬਦਾਲੀ ਨੂੰ ਕਾਬਲ ਤੋਂ ਛੱਡ ਕੇ ਗਲਤੀ ਕਰ ਬੈਠਾ ਸੀ ਕਿ ਸ਼ਾਇਦ ਅਬਦਾਲੀ ਜਿਹੜਾ ਹੈ ਮੈਨੂੰ ਬਚਾ ਲਵੇ, ਕਿ ਉਹ ਗਲਤੀ ਵਾਕਈ ਹੀ ਗਲਤੀ ਨਿਕਲੀ ਹੈ ਜਾਂ ਉਹਦੇ ਉੱਤੇ ਅਬਦਾਲੀ ਨੇ ਫੁੱਲ ਜਿਹੜੇ ਚੜਾ ਦਿੱਤੇ ਸਨ, ਭਾਵ ਕਿ ਉਹਦੀ ਮਦਦ ਲਈ ਉਹ ਦਿੱਲੀ ਤੱਕ ਪਹੁੰਚਾ, ਕਿ ਜਾਂ ਪਿੱਛੋਂ ਹੀ ਜਿਹੜਾ ਵਾਪਸ ਮੁੜ ਗਿਆ, ਮੈਨੂੰ ਦੱਸਣਾ ਕਰ। ਆਪ ਬਚੀ ਕੇ ਬਚਵਾਈ ਸ਼ਾਹ। ਉਹ ਦਿੱਲੀ ਆਪ ਹੀ ਬਚ ਗਈ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਜਿਹੜਾ ਸੀ ਨਜੀਬ ਖਾਨ ਰੁਹੇਲੇ ਨੂੰ ਬਚਾਉਣਾ ਕੀਤਾ ਸੀ, ਇਹ ਦੱਸ ਮੈਨੂੰ। ਤੂੰ ਬਤਾਓ ਮੋਹ ਪ੍ਰੀਤ ਰਾਹੋ। ਮੈਨੂੰ ਦੋਵਾਂ ਦੀ ਕਹਾਣੀ ਦੱਸ। ਇੱਧਰ ਬਾਬਾ ਜੀ ਤੇ ਸ਼ਹੀਦ ਹੋ ਗਏ ਸਨ, ਉਹਦੇ ਬਾਅਦ ਸਿੰਘਾਂ ਦੇ ਨਾਲ ਕੀ ਬਣਿਆ, ਉਧਰ ਜਵਾਹਰ ਮਲ ਕੀ ਕਰ ਰਿਹਾ ਹੈ, ਨਜੀਬ ਖਾਨ ਰੁਹੇਲੇ ਦਾ ਕੀ ਬਣਿਆ, ਤੇ ਸ਼ਾਹ ਦਾ ਕੀ ਬਣਿਆ, ਇਹ ਮੈਨੂੰ ਸਾਰੀ ਕਥਾ ਵਿਸਥਾਰ ਦੇ ਨਾਲ ਸੁਣਾ। ਸੋ ਉਸ ਤੌਰ ਹਮ ਕਰੈ ਲਿਖਿਓ। ਆਂਦੇ ਜਿਮ ਉੱਤਰ ਹਮ ਉਸਕੋ ਦਇਓ, ਕਿ ਜਿੱਦਾਂ ਮੈਂ ਉਹਨੂੰ ਉੱਤਰ ਦਿੱਤਾ ਨਾ ਕੈਪਟਨ ਮਰੇ ਸਾਹਿਬ ਨੂੰ, ਗੁਰੂ ਕੀ ਸੰਗਤ ਜੀ, ਸੋ ਉਸ ਤੌਰ ਹਮ ਕਰੈ ਲਿਖਿਓ। ਉਦਾਂ ਹੀ ਅਸੀਂ ਜਿਹੜਾ ਹੈ ਇਸ ਗ੍ਰੰਥ ਦੇ ਵਿੱਚ ਜਿਹੜੀ ਹੈ ਹੂਬਹੂ ਉਹ ਕਥਾ ਜਿਹੜੀ ਹੈ ਗੁਰੂ ਕੀ ਸੰਗਤ ਵਾਸਤੇ ਲਿਖ ਦਿੱਤੀ ਹੈ ਜੀ। ਆਓ ਆਈ ਜਬ ਸ਼ਾਹ ਕੀ ਭਈ। ਆਂਦੇ ਜਦੋਂ ਹਾਹਾਕਾਰ ਪੈ ਗਈ ਨਾ ਕਿ ਅਬਦਾਲੀ ਆ ਗਿਆ, ਅਬਦਾਲੀ ਆ ਗਿਆ, ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ, ਏਦਾਂ ਪੈ ਗਿਆ ਦੁਨੀਆ ਦੇ ਵਿੱਚ ਰੋਲਾ ਕਿ ਅਬਦਾਲੀ ਚੜ੍ਹ ਕੇ ਆ ਗਿਆ, ਉਹ ਲਾਹੌਰ ਆ ਪੁੱਜਾ ਹੈ, ਉਹਨੇ ਹੁਣ ਸਿੱਖਾਂ ਨੂੰ ਕੀ ਬੇ ਜ਼ੁਬਾਨੀ ਉਹਨਾਂ ਬੱਚਿਆਂ ਨੂੰ, ਔਰਤਾਂ ਨੂੰ, ਬਜ਼ੁਰਗਾਂ ਨੂੰ ਹੁਣ ਛੱਡਣਾ ਨਹੀਂ। ਤੇ ਲਾਲੇ ਪੈ ਜਾਂਦੇ ਸਨ ਜਦੋਂ ਅਬਦਾਲੀ ਆਉਂਦਾ ਸੀ ਕਿਤੇ ਆਪਣੀ ਮੁਹਿੰਮ ਸਰ ਕਰਨ ਵਾਸਤੇ। ਤੇ ਇੰਨਾ ਕਿ ਡਰਪੋਕ ਹੈ ਅਬਦਾਲੀ ਕਿ ਜ਼ਿਆਦਾਤਰ ਖਾਲਸੇ ਕੋਈ ਡਰਦਾ ਸੀ। ਤੇ ਸਾਹਿਬ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ ਜਦੋਂ ਉੱਥੇ ਆਓ ਆਈ ਪੈ ਗਈ ਕਿ ਹਾਏ ਅਬਦਾਲੀ ਆ ਗਿਆ, ਹੁਣ ਆਪਣਾ ਘਰ-ਬਾਰ ਸਾਂਭ ਲੋ, ਇਹਦੇ ਤੇ ਕੋਲੀਆਂ, ਗਲਾਸ, ਚਮਚੇ, ਥਾਲੀਆਂ ਕੁਝ ਨਹੀਂ ਛੱਡਣਾ। ਔਰ ਫੌਜ ਜੱਟ ਰੱਖਣੀ ਠਈ। ਤੇ ਜਦੋਂ ਆਓ ਆਈ ਭਈ ਅਬਦਾਲੀ ਸ਼ਾਹ ਦੀ, ਤੇ ਉਧਰ ਜਵਾਹਰ ਮਲ ਜਿਹਦਾ ਪਿਓ ਜਿਹੜਾ ਸੀ ਨਜੀਬ ਖਾਨ ਰੁਹੇਲੇ ਵਰਗਿਆਂ ਨੇ ਜਿਹੜਾ ਸੀ ਮਾਰ ਦਿੱਤਾ ਸੀ, ਹੁਣ ਉਹਨੇ ਜਵਾਹਰ ਮਲ ਨੇ ਜਿਹੜੀ ਸੀ ਨਾ ਆਪਣੀ ਫੌਜ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਗੁੱਸਾ ਬੜਾ ਸੀ ਉਹਨੂੰ। ਕਾਰਨ ਕੀ ਸੀ? ਇੱਕ ਤੇ ਅਬਦਾਲੀ ਨਾਲ ਰਲ ਕੇ ਨਜੀਬ ਖਾਨ ਰੁਹੇਲੇ ਨੇ ਉਹਦਾ ਰਾਜ ਭਾਗ ਜਾਂਦਾ ਕੀਤਾ, ਦੂਜਾ ਉਹਦੇ ਪਿਓ ਦਾ ਕਤਲ ਕਰ ਦਿੱਤਾ। ਹੁਣ ਉਹ ਅਬਦਾਲੀ ਨਾਲ ਵੀ ਦੋ ਹੱਥ ਕਰਨਾ ਚਾਹੁੰਦਾ ਸੀ। ਜਿਹੜਾ ਜਵਾਹਰ ਮਲ ਸੀ ਉਹ ਅਬਦਾਲੀ ਨਾਲ ਦੋ ਹੱਥ ਕਰਨਾ ਚਾਹੁੰਦਾ ਸੀ। ਇਸ ਕਰਕੇ ਉਹਨੇ ਸੋਚਿਆ ਕਿ ਹੁਣ ਜਿਹੜੀ ਫੌਜ ਹੈ ਨਾ ਉਹਦੀ ਗਿਣਤੀ ਜਿਹੜੀ ਹੈ ਉਹ ਵਧਾ ਲਈ ਜਾਵੇ। ਸਿੰਘਨ ਵਾਲੇ ਉਸ ਆਏ ਵਕੀਲ। ਮਰਹੱਟੇ ਤੇ ਅੱਗੇ ਅਬਦਾਲੀ ਦੇ ਖਿਲਾਫ ਸਨ। ਇਸ ਕਰਕੇ ਮਰਹੱਟੇ ਪਹਿਲਾਂ ਜਿਹੜੇ ਜਵਾਹਰ ਮਲ ਦੇ ਨਾਲ ਰਲੇ ਹੋਏ ਸਨ ਕਿ ਆਪਾਂ ਤੇਰੀ ਮੁਹਿੰਮ ਦੇ ਵਿੱਚ ਜਿਹੜੀ ਹੈ ਅਬਦਾਲੀ ਨੂੰ ਸ਼ਿਕਤ ਦੇਣ ਵਾਸਤੇ ਤੇਰੇ ਸਾਥੀ ਹਾਂ। ਹੁਣ ਉਹਨੇ ਸੋਚਿਆ ਕਿ ਜਦੋਂ ਵੀ ਇਹ ਛਾਹ ਆਉਂਦਾ ਹੈ, ਕਾਬਲੀ ਕੁੱਤਾ ਜਦੋਂ ਆਉਂਦਾ ਹੈ ਹਿੰਦੁਸਤਾਨ ਦੀ ਧਰਤੀ ਦੇ ਉੱਤੇ, ਤੇ ਮਰਹੱਟਿਆਂ ਨੂੰ ਜਿੱਤ ਕੇ ਲੈ ਜਾਂਦਾ ਹੈ। ਇਹਦੇ ਕੋਲ ਜਿਹੜੇ ਨੇ ਪਠਾਨ ਵੀ ਜਿਹੜੇ ਨੇ ਜਿੱਤੇ ਜਾਂਦੇ ਨੇ। ਬਸ ਇੱਕੋ ਹੀ ਇੱਕ ਕੌਮ ਹੈ
ਜਿਹਦੇ ਕੋਲੋਂ ਇਹ ਡਰਦਾ ਹੈ ਉਹ ਹੈ ਸਿੱਖ ਰਾਜ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਹੈ ਖਾਲਸਾ, ਉਹ ਹੈ ਸਿੱਖਾਂ ਦੀ ਫੌਜ। ਤੇ ਹੁਣ ਜੇ ਮੇਰੇ ਨਾਲ ਸਿੱਖ ਰਲ ਜਾਣ ਤੇ ਮੈਂ ਅਬਦਾਲੀ ਨੂੰ ਭਾਜੜਾ ਪਾਉਣ ਦੇ ਵਿੱਚ ਜਿਹੜਾ ਹੈ ਨਾ ਉਹ ਕਾਮਯਾਬ ਹੋ ਜਾਵਾਂਗਾ। ਇਹੋ ਜਿਹਾ ਮੂੰਹ ਭੰਨਾਂਗਾ ਕਿ ਹਿੰਦੁਸਤਾਨ ਦੀ ਧਰਤੀ ਤੇ ਦੁਬਾਰਾ ਇੱਕ ਵਾਰੀ ਫਿਰ ਮੂੰਹ ਨਹੀਂ ਕਰ ਸਕੇਗਾ। ਇਹ ਸੋਚ ਕਰਕੇ ਨਾ ਉਹਨੇ ਆਪਣੇ ਅਹਿਲਕਾਰ, ਆਪਣੇ ਵਕੀਲ, ਆਪਣੇ ਡਾਕੀਏ, ਪੋਸਟਮੈਨ ਕਹਿ ਲਈਏ, ਇਹ ਹੁਣ ਖਾਲਸੇ ਵੱਲ ਜਿਹੜਾ ਹੈ ਤੋਰਨਾ ਕਰਦਾ ਹੈ ਜੀ। ਨਾਲ ਇਹ ਚਤੁਰ ਵੀ ਹੈ, ਆਂਦਾ ਹੁਣ ਖਾਲਸੇ ਨੂੰ ਨਜ਼ਰਾਨਾ ਵੀ ਦੇ ਦਈਏ ਤੇ ਗੱਲ ਫਿਰ ਬਣਦੀ ਹੈ। ਬੜਾ ਭਾਰੀ ਜਿਹੜਾ ਹੈ ਇਹ ਆਪਣੇ ਸਮੇਂ ਦਾ ਅਮੀਰ ਆਦਮੀ ਰਿਹਾ। ਆਗਰਾ ਸਾਰਾ ਇਹ ਲੁੱਟ ਕੇ ਖਾ ਗਿਆ। ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਇੰਨੀ ਮਾਇਆ ਇਹਨੇ ਇਕੱਠੀ ਕਰ ਲਈ। ਇੰਨਾ ਧਨਵਾਨ ਕਿ ਹੁਣ ਇੱਥੇ ਕਵੀ ਰਾਜ ਜੀ ਕਹਿੰਦੇ ਲੱਦ ਮਾਇਆ ਬਹੁ ਗੱਡੇ ਢੀਲ। ਗੱਡਿਆਂ ਦੇ ਗੱਡੇ ਮਾਇਆ ਦੇ ਲੱਦ ਕੇ ਨਾ ਤੇ ਖਾਲਸੇ ਵੱਲ ਤੋਰਨ ਲੱਗਾ ਹੈ। ਕਹਿੰਦਾ ਇੱਦਾਂ ਥੋੜ੍ਹਾ ਮਿਲਿਆ ਜਾਣਾ ਖਾਲਸੇ ਨੂੰ। ਖਾਲਸੇ ਨੂੰ ਤਾਂ ਨਜ਼ਰਾਨੇ ਵੀ ਦੇਣੇ ਪੈਣੇ ਹੈ ਨਾ। ਖਾਲਸਾ ਇੱਦਾਂ ਕਾਬੂ ਆਉਣ ਵਾਲਾ ਤਾਂ ਹੈ ਨਹੀਂ। ਹੁਣ ਉਹ ਨਜ਼ਰਾਨਿਆਂ ਦੇ ਤੌਰ ਦੇ ਉੱਤੇ ਬੇਅੰਤ ਮਾਇਆ ਆਦਿਕ ਜਿਹੜਾ ਹੈ ਉਹ ਗੱਡੇ ਲੱਦ ਕੇ ਇਹਨੇ ਤਿਆਰ ਕਰ ਲਏ। ਨਾਮ ਬ੍ਰਿੰਦਾਵਨ ਮਥੁਰਾ ਦਾਸ। ਜਿਹੜੇ ਵਕੀਲ ਭੇਜੇ ਸਨ ਉਹ 2 ਸਨ ਤੇ ਦੋਨਾਂ ਵਕੀਲਾਂ ਦਾ ਨਾਮ ਹੈ, ਇੱਕ ਦਾ ਨਾਂ ਸੀ ਬਿੰਦਰਾਬਨ ਤੇ ਇੱਕ ਦਾ ਨਾਂ ਸੀ ਮਥੁਰਾ ਦਾਸ ਜੀ। ਆਏ ਕਹੇ ਉਹ ਖਾਲਸਾ ਪਾਸ। ਉਹ ਗੱਡੇ ਭਰ ਕੇ ਮਾਇਆ ਦੇ ਧਨ ਦੌਲਤ ਦੇ ਇਹ ਬਿੰਦਰਾਬਨ ਤੇ ਮਥੁਰਾ ਦਾਸ ਖਾਲਸੇ ਦੇ ਪਾਸ ਆ ਗਏ। ਤੇ ਖਾਲਸੇ ਦੇ ਕੋਲ ਆ ਕਰਕੇ ਜਿੱਥੇ ਬਾਬਾ ਆਹਲੂਵਾਲੀਆ, ਬਾਬਾ ਬਘੇਲ ਸਿੰਘ ਜੀ ਆਦਿਕ ਸਾਰੇ ਸੂਰਮੇ ਸਿੰਘ ਜਿਹੜੇ ਸਨ ਉਹ ਬੈਠੇ ਹਨ ਆਪਣੇ ਮੌਜਾਂ ਦੇ ਵਿੱਚ। ਆ ਕੇ ਜਿਹੜੇ ਹਨ ਉਹ ਬੇਨਤੀ ਕਰਨ ਲੱਗੇ ਹਨ ਜੀ। ਕਹਿਣ ਲੱਗੇ ਤੁਹਾਡਾ ਵੀ ਧਰਮ ਹੈ ਛਤਰੀ ਤੇ ਸਾਡਾ ਵੀ ਕਿੱਤਾ ਹੈ ਛਤਰੀ। ਕਹਿਣ ਤੋਂ ਭਾਵ ਸੂਰਮਿਆਂ ਨੂੰ ਕਹਿੰਦੇ ਨੇ ਛਤਰੀ, ਲੜਨ ਵਾਲਿਆਂ ਨੂੰ ਕਹਿੰਦੇ ਨੇ ਛਤਰੀ। ਜਦੋਂ ਮਨੂ ਸਿਮਰਤੀ ਆਪ ਜੀ ਪੜ੍ਹੋਗੇ ਉੱਥੇ 4 ਵਰਨਾਂ ਦੀ ਜਿਹੜੀ ਹੈ ਨਾ ਉਹ ਵਰਨ ਵੰਡ ਹੋਈ ਹੈ, ਜਿਹਦੇ ਵਿੱਚ ਬ੍ਰਾਹਮਣ, ਹਿੰਦੂ, ਵਾਹਿਗੁਰੂ, ਬਾਹਮਣ, ਛਤਰੀ, ਸ਼ੂਦ, ਵੈਸ਼, ਇਹਨਾਂ 4 ਵਰਨਾਂ ਦਾ ਜਿਹੜਾ ਸੀ ਵਰਣਨ ਮਿਲਦਾ ਸੀ। ਹੁਣ ਉਹਦੇ ਵਿੱਚ ਜਿਹੜੇ ਛਤਰੀ ਹਨ ਉਹ ਸੂਰਮੇ ਗਿਣੇ ਗਏ ਹਨ। ਆ ਮਰਹੱਟੇ ਵੀ ਛਤਰੀ ਆਦਿਕ, ਇਹ ਗਿਲਜੇ ਵੀ ਛਤਰੀ ਹਨ। ਤੇ ਹੁਣ ਇਹ ਜਵਾਹਰ ਮੱਲ ਦੇ ਭੇਜੇ ਹੋਏ ਵਕੀਲ ਸਿੱਖਾਂ ਨੂੰ ਕਹਿਣ ਲੱਗੇ ਤੁਸੀਂ ਵੀ ਛਤਰੀ, ਅਸੀਂ ਵੀ ਛਤਰੀ, ਸਾਡਾ ਧਰਮ ਜਿਹੜਾ ਹੈ ਉਹ ਹਿੰਦੂ ਹੈ ਤੇ ਤੁਸੀਂ ਇਸ ਦੇਸ਼ ਦੇ ਜਿਹੜੇ ਹੋ ਬਾਦਸ਼ਾਹ ਹੋ ਜੀ। ਏਕੋ ਜਾਤ ਹੋ ਏਕੋ ਕਰਮ। ਤੁਸੀਂ ਵੀ ਅਬਦਾਲੀ ਨਾਲ ਲੜ ਰਹੇ ਹੋ ਤੇ ਅਸੀਂ ਵੀ ਅਬਦਾਲੀ ਨਾਲ ਲੜ ਰਹੇ ਹਾਂ। ਤੇ ਹੁਣ ਕਰਮ ਤੇ ਸਾਡਾ ਇੱਕੋ ਹੀ ਹੋ ਗਿਆ ਦੋਵਾਂ ਦਾ। ਤੇ ਜਾਤ ਪੱਖ ਦਾ ਵੀ ਜਦੋਂ ਨਿਰਣੇ ਆਇਆ ਤੇ ਕਹਿੰਦੇ ਤੁਹਾਡਾ ਜਾਤ ਵੀ ਛਤਰੀ ਤੇ ਸਾਡਾ ਵੀ ਛਤਰੀ, ਭਾਵ ਤੁਸੀਂ ਵੀ ਦੁਸ਼ਮਣ ਆਹੇ ਲੈਣ ਵਾਲੇ ਤੇ ਆਪਾਂ ਵੀ ਆਡੇ ਲੈਣ ਵਾਲੇ ਹੋ। ਅਸੀਂ ਸੁਣਿਆ ਹੈ ਤੁਸੀਂ ਸੰਤਾਂ ਦੀ, ਭਗਤਾਂ ਦੀ, ਗੁਰਮੁਖਾਂ ਦੀ, ਪਿਆਰਿਆਂ ਦੀ ਰੱਖਿਆ ਕਰਨ ਵਾਲੇ ਹੋ। ਗਊ ਰੱਖਿਆ ਭਾਵ ਗਰੀਬੜੇ ਦੀ ਰੱਖਿਆ ਕਰਨ ਵਾਲੇ ਹੋ ਤੁਸੀਂ। ਇਹ ਤੁਹਾਡਾ ਧਰਮ ਹੈ। ਤੁਸੀਂ ਬੰਦਗੀ ਕਰਨ ਵਾਲਿਆਂ ਦੀ ਵੀ ਰੱਖਿਆ ਕਰਦੇ ਹੋ। ਤੁਹਾਡੇ ਕੋਲ ਕੋਈ ਗਰੀਬੜਾ ਆ ਜਾਵੇ ਤੁਹਾਡੀ ਸ਼ਰਨ ਦੇ ਵਿੱਚ ਉਹ ਕਬੂਲ ਲਵੇ ਆ ਕੇ ਸਾਡੀ ਰੱਖਿਆ ਕਰੋ, ਤੁਸੀਂ ਉਸ ਗਊ ਗਰੀਬ ਦੀ ਰੱਖਿਆ ਵੀ ਕਰਦੇ ਹੋ। ਤੇ ਤੁਸੀਂ ਤਾਂ ਇੱਦਾਂ ਦੇ ਸਰਦਾਰ ਹੋ, ਇਹੋ ਜਿਹਾ ਖਾਲਸਾ ਹੋ ਕਿ ਤੁਰਕਾਂ ਨੂੰ, ਉਹਨਾਂ ਦੁਸ਼ਟਾਂ ਨੂੰ ਜਿਹੜਾ ਹੋ ਖਾਨ ਤੱਕ ਚਲੇ ਜਾਂਦੇ ਹੋ। ਤੁਹਾਡੀ ਭਗਤ ਸ਼ੇਰ ਵਾਂਗੂ ਹੈ, ਤੁਸੀਂ ਬੱਬਰ ਖਾਲਸਾ ਹੋ ਜੀ। ਹੁਣ ਤੁਹਾਡਾ ਰਾਜ ਤੇ ਸਾਡਾ ਹਿੰਦੂ ਰਾਜ ਤੇ ਸਾਡਾ ਵੀ ਹੁਣ ਜਿਹੜਾ ਧਰਮ ਬਣਿਆ ਹੋਇਆ ਹੈ, ਧਰਮ ਯੁੱਧ ਜਿਹੜਾ ਬਣਿਆ ਹੋਇਆ ਉਹ ਹੈ ਅਬਦਾਲੀ ਨੂੰ ਜਿਹੜਾ ਹੈ ਭਾਜਣਾ ਪਾਉਣਾ। ਸਾਡਾ ਕਰਮ ਇੱਕ ਹੋ ਗਿਆ ਲੜਨ ਵਾਲਾ। ਸਾਡਾ ਜਿਹੜਾ ਹੈ ਅੱਗੇ ਦੋਖੀ ਜਿਹੜਾ ਹੈ ਉਹ ਵੀ ਇੱਕ ਹੀ ਹੈ। ਉਧਰੋਂ ਉਹਨਾਂ ਦਾ ਜਿਹੜਾ ਕਰਮ ਹੈ ਉਹ ਵੀ ਦੀਨ ਮਜ਼ਹਬ ਦਾ ਯੁੱਧ ਲੈ ਕੇ ਜਿਹੜੇ ਨੇ ਗਿਲਜੇ ਜਿਹੜੇ ਨੇ ਸਾਡੇ ਨਾਲ ਲੜਨ ਆ ਰਹੇ ਹਨ। ਤੇ
इदां करिए इस पर धरो ध्यान तुम आए करो धर्म प्रतपार। इस गल वल तुसी ध्यान दो खालसा जी ते साडे धर्म दी जिहड़ी है रखिया करो जी। चौपई और सिखाओ दारू लइया। ਇਹ ਜਵਾਹਰ ਮਲ ਦੇ ਕੋਲ ਜਿੰਨਾ ਚਾਹੋਗੇ ਤੁਹਾਨੂੰ ਲੜਨ ਵਾਸਤੇ ਦਾਰੂ ਸਿੱਕਾ ਜਿਹੜਾ ਹੈ ਮਿਲ ਜਾਵੇਗਾ। ਭਾਵ ਬੰਦੂਕਾਂ ਕਹੋਗੇ, ਤੋਪਾਂ ਕਹੋਗੇ, ਤੁਸੀਂ ਕਿਰਪਾਨਾਂ ਕਹੋਗੇ, ਆਦਿ ਜਿਹੜਾ ਵੀ ਹਥਿਆਰ ਤੁਹਾਨੂੰ ਗੋਲੀ ਸਿੱਕਾ ਚਾਹੀਦਾ ਹੈ ਨਾ, ਉਹ ਜਵਾਹਰ ਮਲ ਦੀਆਂ ਫੌਜਾਂ ਤੁਹਾਨੂੰ ਜਿਹੜੀਆਂ ਨੇ ਮੁਹੱਈਆ ਕਰਵਾਉਣਗੀਆਂ। ਤੁਹਾਡੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਵੀ ਇਹ ਤੇ ਇੱਕ ਨਜ਼ਰਾਨੇ ਰੂਪ ਆਏ ਨੇ ਗੱਡੇ ਮਾਇਆ ਦੇ ਲੱਦ ਕੇ। ਤੇ ਤੁਹਾਨੂੰ ਹੋਰ ਜਿਹੜਾ ਹੈ ਨਾ ਖਾਲਸੇ ਨੂੰ ਜਿਹੜਾ ਹੈ ਹੋਰ ਜਿਹੜੀ ਹੈ ਉਹ ਛਾਨੋ ਸ਼ੌਕਤ ਦੇ ਨਾਲ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਾਉਣ ਵਾਸਤੇ ਵੀ ਮਾਇਆ ਜਵਾਹਰ ਮਲ ਭੇਜੇਗਾ। ਜੋ ਹਮ ਪੈਸਾ ਤੁਮਰੋ ਮਾਲ। ਆਂਦੇ ਤੁਸੀਂ ਇੱਦਾਂ ਮੰਨ ਲਓ ਕਿ ਜਿਹੜਾ ਸਾਡੇ ਕੋਲ ਧਨ ਦੌਲਤ ਪਈ ਹੋਈ ਹੈ ਨਾ ਉਹ ਸਾਰੀ ਖਾਲਸੇ ਦੀ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਮਨਾਉਣਾ ਹੈ ਨਾ ਹੁਣ ਖਾਲਸੇ ਆਪਣੇ ਨਾਲ ਰਲਾ ਕੇ ਤੇ ਅਬਦਾਲੀ ਦਾ ਮੂੰਹ ਭੰਨਣਾ ਹੈ। ਇਸ ਕਰਕੇ ਕਹਿੰਦੇ ਜੋ ਸਾਡਾ ਹੈ ਉਹ ਤੁਹਾਡਾ ਹੈ ਜੀ। ਇਸ ਕਰਕੇ ਆਓ ਸਾਡੇ ਨਾਲ ਤੁਸੀਂ ਹੱਥ ਮਿਲਾ ਲਓ, ਗੱਠ ਜੋੜ ਕਰ ਲਓ। ਜੋ ਹੈ ਤੁਮਕੋ ਹਿੰਦੂ ਕੀ ਰਾਜ। ਜੇ ਤੁਸੀਂ ਸਾਡੇ ਧਰਮ ਨੂੰ ਹੁਣ ਬਚਾਉਣਾ ਚਾਹੁੰਦੇ ਹੋ ਆਏ ਕਰੋ ਅਬ ਹਮਕੋ ਕਾਜ। ਆ ਜਿਹੜਾ ਕਾਰਜ ਆਪਾਂ ਤੁਹਾਡੇ ਅੱਗੇ ਰੱਖਿਆ ਹੈ ਨਾ ਇਹਦੇ ਲਈ ਸਾਡੀ ਮਦਦ ਕਰ ਦਵੋ। ਗਿਲ ਜੋ ਆਇਓ ਦੀਨੈ ਕਾਜ। ਕਿਉਂਕਿ ਉਧਰੋਂ ਗਿਲਜੇ ਵੀ ਚੜ ਕੇ ਆਪਣੇ ਦੀਨ ਮਜਬ ਦਾ ਯੁੱਧ ਸਮਝ ਕਰਕੇ ਇੱਧਰ ਨੂੰ ਆ ਰਹੇ ਹਨ। ਬੜਿਓ ਦੀਨ ਮਦ ਦਿੱਲੀ ਭਾਗ। ਤੇ ਉਧਰ ਜਿਹੜੇ ਹੋਰ ਦੀਨ ਸਨ ਉਹ ਨਜੀਬ ਖਾਨ ਰੁਹੇਲੇ ਦੇ ਕਿਲੇ ਵਿੱਚ ਭਾਵ ਦਿੱਲੀ ਵਿੱਚ ਜਾ ਕੇ ਲੁਕ ਬੈਠੇ ਨੇ। ਤੇ ਇੱਧਰ ਜਵਾਹਰ ਮਲ ਕੋਲ ਜਿਹੜਾ ਹੈ ਉਹ ਫੌਜਾਂ ਹੀ ਥੋੜੀਆਂ ਰਹਿ ਗਈਆਂ ਨੇ। ਇਸ ਕਰਕੇ ਜਵਾਹਰ ਮਲ ਨੇ ਆਪਣਾ ਹੱਥ ਤੁਹਾਡੇ ਵੱਲ ਵਧਾਇਆ ਹੈ। ਹੁਣ ਤੁਸੀਂ ਇੱਦਾਂ ਕਰੋ ਅਨਰਾਜਾਂ ਵਾਹਿਗੁਰੂ ਨਜ਼ਰਾਨੇ ਰੱਖ ਲਵੋ ਤੇ ਸਾਡੇ ਨਾਲ ਜਿਹੜਾ ਹੈ ਹੱਥ ਮਿਲਾਓ ਜੀ। ਉਸੇ ਅਰਥ ਖਾਲਸਾ ਬਣ ਗਈ। ਆਂਦੇ ਜਦੋਂ ਖਾਲਸੇ ਨੇ ਇੰਨੀ ਬਾਤ ਸੁਣੀ ਤੇ ਖਾਲਸਾ ਜੀ ਨੇ ਨਾਲ ਫਿਰ ਉਹਨਾਂ ਦੀ ਬਿੰਦਰਾਬੰਦ ਦੀ ਤੇ ਮਥੁਰਾ ਦਾਸ ਦੀ ਜਿਹੜਾ ਸੁਨੇਹਾ ਜਵਾਹਰ ਮਲ ਨੇ ਭੇਜਿਆ ਸੀ ਇਹਨਾਂ ਦੇ ਹੱਥ ਉਹ ਸਿਰ ਮੱਥੇ ਮੰਨ ਲਿਆ। ਉਹਦੇ ਵਿੱਚ ਇੱਕ ਦੋ ਕਾਰਨ ਰਹੇ ਕਿ ਬਾਬਾ ਅਕਾਲੀ ਨਿਹੰਗ ਸ਼ਹੀਦ ਗੁਰਬਖਸ਼ ਸਿੰਘ ਜੀ ਉਹਨਾਂ ਦੀ ਸ਼ਹੀਦੀ ਦਾ ਵੀ ਰੋਸ ਸੀ ਸਿੰਘਾਂ ਦੇ ਮਨ ਦੇ ਵਿੱਚ ਵੀ ਅਬਦਾਲੀ ਨੇ ਜਿਹੜਾ ਹੈ ਸਾਡੇ ਸਿੰਘ ਜਿਹੜੇ ਨੇ ਸ਼ਹੀਦ ਕੀਤੇ ਨੇ। ਦੂਜਾ ਉਹ ਵੀ ਚਾਹੁੰਦੇ ਸਨ ਕਿ ਅੱਜ ਤੋਂ ਬਾਅਦ ਅਬਦਾਲੀ ਜਿਹੜਾ ਹੈ ਉਹ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਜਿਹੜਾ ਹੈ ਆਪਣਾ ਕਦਮ ਆਪਣਾ ਪੈਰ ਜਿਹੜਾ ਹੈ ਨਾ ਪਸਾਰ ਸਕੇ। ਇਸ ਕਰਕੇ ਸਿੰਘਾਂ ਦੇ ਕੋਲੋਂ ਆਪਣੀ ਫੌਜ ਤੇ ਕਿੰਨੀ ਕਹੀ ਕਿਤੇ ਦੂਜਾ ਗੋਲੀ ਸਿੱਕਾ ਵੀ ਉਹਨਾਂ ਕੀ ਹੁੰਦਾ ਸੀ। ਇਹ ਵੀ ਇਹਨਾਂ ਨੇ ਇੱਥੇ ਬ੍ਰੇਨ ਦੀ ਆਪਣੀ ਗੱਲ ਨਿਸ਼ਚਿਤ ਕਰ ਲਈ ਕਿ ਹੁਣ ਜਵਾਹਰ ਮਲ ਜਿਹੜਾ ਹੈ ਉਹ ਸਭ ਕੁਝ ਦੇ ਰਿਹਾ ਹੈ, ਆਪਣੀਆਂ ਫੌਜਾਂ ਵੀ ਨਾਲ ਦੇ ਰਿਹਾ ਹੈ ਤੇ ਨਾਲ ਗੋਲੀ ਸਿੱਕਾ ਵੀ ਵਰਤਣ ਲਈ ਦੇ ਰਿਹਾ ਹੈ। ਤੇ ਇਸ ਤੋਂ ਵੱਡਾ ਮੌਕਾ ਕਿਹੜਾ ਹੁੰਦਾ ਅਬਦਾਲੀ ਨਾਲ ਜਿਹੜਾ ਆਡਾ ਲੈਣ ਦਾ। ਕਿਉਂਕਿ ਆਪਾਂ ਹੀ ਅੜ ਸਕਦੇ ਹਾਂ। ਜਵਾਹਰ ਮਲ ਤੇ ਇੱਕ ਜਿਹੜਾ ਹੈ ਸਾਡੇ ਨਾਲ ਕਹਿ ਲਈਏ ਕਿ ਸਹਾਇਤਾ ਦੇ ਤੌਰ ਤੇ ਰਹੇਗਾ, ਪਿੱਛੇ ਪਿੱਛੇ ਹੋ ਕੇ ਇਹਨੇ ਲੜਨਾ, ਇਹਨੇ ਕਿਹੜਾ ਅੱਗੇ ਚੱਲ ਜਾਣਾ। ਇਸ ਕਰਕੇ ਇਹਨਾਂ ਨੇ ਹਾਂ ਕਰ ਦਿੱਤੀ ਤੇ ਸਿੰਘਾਂ ਨੇ ਹੁਣ ਅਬਦਾਲੀ ਦੇ ਉੱਤੇ ਹਮਲਾ ਕਰਨ ਵਾਸਤੇ ਅਬਦਾਲੀ ਨੂੰ ਕਹਿ ਲਈਏ ਭਾਜੜਾ ਪਾਉਣ ਵਾਸਤੇ ਪੂਰੀ ਫੁੱਲ ਤਿਆਰੀ ਕਰ ਲਈ। ਉਸ ਤੋਂ ਪਹਿਲਾਂ ਆਪਣੇ ਬੱਚੇ ਆਪਣੀ ਬਜ਼ੁਰਗ ਆਪਣੀਆਂ ਮਾਤਾਵਾਂ ਜਿਹੜੀਆਂ ਸਨ ਉਹ ਮਾਲਵੇ ਦੀ ਧਰਤੀ ਆਪਾਂ ਪਿੱਛੇ ਸਰਵਣ ਕੀਤਾ ਪ੍ਰਸੰਗਾਂ ਦੇ ਵਿੱਚ ਕਿ ਜਿਹੜਾ ਬੀੜ ਦਾ ਇਲਾਕਾ ਸੀ ਆ ਜਗਰਾਵਾਂ ਮਹਿਰਾਜ ਬਰਨਾਲਾ ਬਠਿੰਡਾ ਆਦਿਕ ਇਹ ਸਾਰਾ ਜਿਹੜਾ ਸੀ ਨਾ ਬੀੜ ਦਾ ਇਲਾਕਾ ਮੰਨਿਆ ਗਿਆ। ਇਹ ਸਾਂਝੇ ਤੌਰ ਤੇ ਰੱਖ ਲਿਆ ਸੀ। ਤਿੰਨੇ ਜਿਹੜੀਆਂ ਆਪਣੇ ਬੁੱਢਾ ਦਲ ਸੀ ਤੇ ਤਰਨਾ ਦਲ ਸੀ ਨਾ ਆਪਾਂ ਪ੍ਰਸੰਗ ਸਰਵਣ ਕੀਤਾ ਪਿੱਛੇ ਵੀ ਉਹਨਾਂ ਨੇ ਸਾਂਝਾ ਇਹ ਇਲਾਕੇ ਨੂੰ ਉਜਾੜਿਆ ਨਹੀਂ, ਸਾਂਝਾ ਰੱਖ ਲਿਆ ਵੀ ਜਦੋਂ ਵੀ ਕਿਤੇ ਲੋੜ ਪਈ ਉਦੋਂ ਇਸ ਥਾਂ ਦੀ ਜਿਹੜੀ ਵਰਤੋਂ ਕਰ ਲਈ ਜਾਵੇਗੀ। ਕਿਉਂਕਿ ਬੀਆਬਾਨ ਜੰਗਲ ਸਨ, ਉਹਨੂੰ ਬੀੜ ਦਾ ਇਲਾਕਾ ਕਿਹਾ ਜਾਂਦਾ। ਲਾਗੇ ਉੱਥੇ ਪਾਣੀ ਵਾਸਤੇ ਦਰਿਆ ਵੀ ਹੈਗਾ ਹੈ ਸਤਲੁਜ। ਤੇ ਹੁਣ ਉੱਥੇ ਆਪਣੇ ਜਿੰਨੇ ਬਜ਼ੁਰਗ ਹਨ, ਬੱਚੇ ਹਨ, ਮਾਈਆਂ ਹਨ, ਧੀਆਂ ਭੈਣਾਂ ਹਨ,
ਪਹਿਲਾਂ ਉਹਨਾਂ ਦੀ ਸੇਫਟੀ ਸਿੰਘ ਜਿਹੜੇ ਸਨ ਚਾਹੁੰਦੇ ਸਨ ਕਿ ਕਿਤੇ ਹਮਲੇ ਤੇ ਚਲੇ ਜਾਈਏ, ਕੀ ਪਤਾ ਅਬਦਾਲੀ ਜਿਹੜਾ ਹੈ ਉਹ ਦਿਮਾਗ ਤੋਂ ਪੈਦਲ ਹੀ ਹੈ ਵੈਸੇ, ਤੇ ਕੀ ਪਤਾ ਉਹਨੇ ਕਿੱਧਰ ਨੂੰ ਤੁਰ ਪੈਣਾ ਹੈ। ਪਹਿਲਾਂ ਆਪਣੀ ਜਿਹੜੀ ਹੈ ਵਜ਼ੀਰ ਨੂੰ ਜਿਹੜਾ ਆਪਾਂ ਸਾਂਭ ਲਈਏ। ਇਸ ਕਰਕੇ ਉਹਨਾਂ ਨੇ ਉਸ ਮਾਲਵੇ ਦੀ ਧਰਤੀ ਦੇ ਵਿੱਚ ਬੀੜ ਦੇ ਇਲਾਕੇ ਜਗਰਾਵਾਂ ਵਾਲੀ ਸਾਈਡ ਜਿਹੜੀ ਹੈ ਉਧਰ ਆਪਣੇ ਬੱਚੇ, ਆਪਣੀਆਂ ਮਾਤਾਵਾਂ, ਬਜ਼ੁਰਗ ਜਿਹੜੇ ਨੇ ਸਾਹਮਣੇ ਕੀਤੇ ਹਨ। ਥੋੜੇ ਕੋ ਬਿਰਾੜਾਂ ਦੇ ਘਰਾਂ ਦੇ ਵਿੱਚ ਵੀ ਪਨਾਹ ਲੈ ਗਏ, ਤੇ ਪਹਿਲਾਂ ਬਿਰਾੜ ਤਾਂ ਬੜੇ ਆਖੜਦੇ ਰਹੇ ਸਨ ਸਿੰਘਾਂ ਦੇ ਨਾਲ ਵੱਡੇ ਘੱਲੂਘਾਰੇ ਦੇ ਵਿੱਚ, ਪਰ ਜਦੋਂ ਦੋ ਹੱਥ ਹੋਏ ਤੇ ਇਹਨਾਂ ਨੇ ਵੀ ਆਓ ਭਗਤ ਕਰਨੀ ਸ਼ੁਰੂ ਕਰ ਦਿੱਤੀ ਸਿੰਘਾਂ ਦੀ। ਫਿਰ ਆਪਸ ਦੇ ਵਿੱਚ ਜਿਹੜੇ ਸਨ ਉਹ ਰਿਸ਼ਤੇ ਤੈਅ ਹੋ ਗਏ ਸਿੰਘਾਂ ਦੇ ਬਰਾੜਾਂ ਦੇ। ਉਹ ਜਦੋਂ ਸਾਕ ਇੱਕ ਦੂਜਿਆਂ ਦੇ ਘਰਾਂ ਦੇ ਵਿੱਚ ਚਲ ਗਏ ਤੇ ਫਿਰ ਜਿਹੜੇ ਸਨ ਰਿਸ਼ਤੇਦਾਰੀਆਂ ਬਣ ਗਈਆਂ। ਇਸ ਕਰਕੇ ਹੁਣ ਬਰਾੜ ਵੀ ਇਹਨਾਂ ਦੀ ਜਿਹੜੀ ਸਨ ਜੀ ਆਇਆਂ ਨੂੰ ਆਓ ਭਗਤ ਕਰਨ ਲੱਗੇ। ਜਾਏ ਦਬਾਈ ਬਾਂਗਰ ਕੌਣ, ਜਾਏ ਦਬਾਈ ਬਾਂਗਰ ਕੌਣ, ਉਹਨਾਂ ਨੇ ਬਾਂਗਰ ਕੌਮ ਦਾ ਇਲਾਕਾ ਭਾਗ ਆ ਜਗਰਾਵਾਂ ਜਿਹੜੀ ਹੈ ਆਪਣੇ ਬਠਿੰਡਾ ਆਦਿ ਇਹ ਸਾਰੇ ਇਲਾਕੇ ਮੱਲਣ ਤੋਂ ਜਿਹੜੇ ਮੱਲੇ ਹੋਏ ਸਨ। ਤੇ ਉਹਨਾਂ ਨੇ ਝਟਪਟ ਜਿਹੜਾ ਸੀ ਨਾ ਇਹ ਬਠਿੰਡੇ ਤੋਂ ਅੱਗੇ ਜਦੋਂ ਆਪਾਂ ਦਿੱਲੀ ਵੱਲ ਨੂੰ ਤੁਰਦੇ ਹਾਂ, ਇਹ ਕਰਨਾਲ, ਪਾਣੀਪਤ, ਸੋਨੀਪਤ ਆਦਿਕ ਇਹਨਾਂ ਨੂੰ ਜਾ ਕੇ ਜਿਹੜਾ ਹੈ ਸਿੰਘਾਂ ਨੇ ਇਹ ਸਾਈਡ ਜਿਹੜੀ ਸੀ ਨਾ ਇਹ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਤੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ, ਜਿਹੜਾ ਪੰਜਾਬ ਦੇ ਵਿੱਚੋਂ ਦਿੱਲੀ ਨੂੰ ਅਨਾਜ ਜਾਂਦਾ ਸੀ ਨਾ ਉਹਦੇ ਉੱਤੇ ਰੋਕ ਲਾ ਦਿੱਤੀ। ਹੁਣ ਨਾ ਪਾਣੀ ਜਾ ਸਕਦਾ ਹੈ ਦਿੱਲੀ ਨੂੰ, ਨਾ ਅਨਾਜ ਜਾ ਸਕਦਾ ਹੈ। ਤੇ ਦੂਜੇ ਪਾਸੇ ਨਜ਼ੀਬ ਖਾਨ ਰਹੇਲੇ ਨੂੰ ਜਦੋਂ ਅਨਾਜ ਨਹੀਂ ਪੁੱਜੇਗਾ, ਉੱਥੇ ਦਿੱਲੀ ਦੇ ਵਿੱਚ ਜਿਹੜੇ ਹੋਰ ਲੋਕ ਵਸਦੇ ਪਏ ਨੇ ਉਹਨਾਂ ਨੂੰ ਰੋਟੀ ਪਾਣੀ ਤੋਂ ਮੁਹਤਾਜ ਹੋਣਾ ਪਵੇਗਾ, ਤੇ ਉੱਥੇ ਜਿਹੜੇ ਨੇ ਫਾਕੇ ਦੇ ਦਿਨ ਆ ਜਾਵਣਗੇ। ਇਸ ਮੁਹਿੰਮ ਨੂੰ ਸਰ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਹੈ ਉਹਨਾਂ ਨੇ ਜਿਹੜਾ ਸੀ ਨਾ ਆਪਣੇ ਰੋਟੀ ਪਾਣੀ ਰਸਤ ਜਿਹੜੀ ਸੀ ਉਹ ਦਿੱਲੀ ਨੂੰ ਜਾਣੀ ਜਿਹੜੀ ਸੀ ਉਹ ਬੰਦ ਕਰ ਦਿੱਤੀ। ਗੁਰੂ ਕੀ ਸੰਗਤ ਜੀ, ਬਿਲਕੁਲ ਸੱਚਾਈ ਹੈ, ਕਿਸੇ ਕਿਲੇ ਨੂੰ ਫਤਿਹ ਕਰਨਾ ਹੋਵੇ ਤੇ ਬਾਹਰੋਂ ਜਿਹੜਾ ਹੈ ਨਾ ਰੋਟੀ ਪਾਣੀ ਬੰਦ ਕਰ ਦਿੱਤਾ ਜਾਵੇ, ਕਿਲਾ ਆਪਣੇ ਆਪ ਹੀ ਫਤਿਹ ਹੋ ਜਾਂਦਾ ਹੈ ਜ਼ਿਆਦਾਤਰ ਤੇ। ਇਸੇ ਤਰ੍ਹਾਂ ਜਿਹਨੇ ਮਨ ਰੂਪੀ ਕਿਲੇ ਨੂੰ ਫਤਿਹ ਕਰਨਾ ਹੋਵੇ ਨਾ ਉਹ ਵੀ ਵਿਕਾਰਾਂ ਰੂਪੀ ਰਾਸ਼ਨ ਨੂੰ ਜਦੋਂ ਬੰਦ ਕਰ ਦੇਵੇਗਾ ਅੰਦਰ ਜਾਣਾ, ਤੇ ਇਹ ਮਨ ਰੂਪੀ ਕਿਲਾ ਜਿਹੜਾ ਹੈ ਇਹ ਵੀ ਫਤਿਹ ਹੋ ਜਾਂਦਾ ਹੈ। ਸਾਹਿਬ ਜੀ ਆਖਦੇ ਪਏ ਨੇ ਉਹਨਾਂ ਨੇ ਰਾਸ਼ਨ ਪਾਣੀ ਅੰਦਰ ਵੜਨਾ ਬੰਦ ਕਰਾ ਦਿੱਤਾ। ਬਹੁਤ ਤੰਗੀ ਹੈ ਪਈ ਅਨਾਜ, ਉਸ ਸਮੇਂ ਆਂਦੇ ਬੜੀ ਤੰਗੀ ਅਨਾਜ ਦੀ ਉੱਥੇ ਆ ਗਈ। ਸਿੱਖਾਂ ਨੂੰ ਜਿਹੜਾ ਸੀ ਇਸ ਗੱਲ ਦਾ ਹੁਣ ਪਤਾ ਸੀ ਕਿ ਨਜ਼ੀਬ ਖਾਨ ਰਹੇਲਾ ਕੀ ਕਰੇਗਾ, ਉਹ ਤੇ ਆਪ ਨੂੰ ਕਿਹਾ ਬੈਠਾ ਹੈ। ਉੱਥੇ ਹਾਹਾਕਾਰ ਮਚ ਗਈ, ਲੋਕੀ ਜਿਹੜੇ ਸਨ ਤੜਫ ਉੱਠੇ ਪਾਣੀ ਖੁਣੋ, ਅਨਾਜ ਖੁਣੋ ਕਿ ਹੇ ਨਜ਼ੀਬ ਖਾਨ ਰਹੇਲੇ ਸਾਡੀ ਰੋਟੀ ਦਾ ਇੰਤਜ਼ਾਮ ਕਰ। ਹੁਣ ਉਹ ਤੇ ਆਪ ਡਰਦਾ ਅੰਦਰ ਬੈਠਾ ਹੋਇਆ ਕਿ ਅਬਦਾਲੀ ਆਏਗਾ ਤੇ ਬਚਾ ਲਵੇਗਾ ਮੈਨੂੰ। ਜਵਾਹਰ ਮਲ ਨੇ ਘੇਰਾ ਪਾਇਆ ਹੋਇਆ ਹੈ, ਸਿੱਖ ਦਿੱਲੀ ਤੱਕ ਪਹੁੰਚ ਚੁੱਕੇ ਹਨ ਤੇ ਇੱਧਰ ਲਾਲੇ ਪੈ ਗਏ ਹਨ ਜੀ। ਦਿੱਲੀ ਛੱਡ ਛੱਡ ਲੋਕ ਗਏ ਭਾਗ, ਕਾਰਨ ਕੀ ਬਣਿਆ, ਭੁੱਖ ਦੇ ਮਾਰਿਆਂ ਲੋਕ ਉਸ ਦਿੱਲੀ ਨੂੰ ਛੱਡ ਕੇ ਜਿਹੜੇ ਸਨ ਹੋਰ ਇਲਾਕਿਆਂ ਵੱਲ ਕੂਚ ਕਰਨ ਪੈ ਗਏ, ਕਿਉਂਕਿ ਰੋਟੀ ਖਾਣ ਜਿਹੜੀ ਹੈ ਉਹ ਭੁੱਖ ਇਹੋ ਜਿਹੀ ਸਤਾਉਂਦੀ ਪਈ ਹੈ ਕਿ ਕਿਤੇ ਨਾ ਕਿਤੇ ਇੰਤਜ਼ਾਮ ਕਰਨਾ ਹੈ। ਇਸ ਕਰਕੇ ਜਿਹੜਾ ਮੱਧ ਵਰਗ ਸੀ ਜ਼ਿਆਦਾਤਰ, ਜਿਨ੍ਹਾਂ ਕੋਲ ਰੋਟੀ ਦਾ ਇੰਤਜ਼ਾਮ ਨਹੀਂ ਸੀ ਹੋ ਸਕਦਾ, ਕਿਲੇ ਦੇ ਵਿੱਚ ਜਿਹੜੇ ਹੋਣਗੇ ਉਹ ਤੇ ਖਾਂਦੇ ਹੋਣਗੇ, ਬਾਹਰਲੇ ਲੋਕਾਂ ਨੂੰ ਵੀ ਨਹੀਂ ਜਾ ਰਿਹਾ ਅਨਾਜ। ਇਸ ਕਰਕੇ ਲੋਕ ਦਿੱਲੀ ਨੂੰ ਛੱਡ ਕੇ ਜਾ ਰਹੇ ਹਨ ਜੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਦੂਜੇ ਪਾਸੇ ਅਬਦਾਲੀ ਨੂੰ ਜਦੋਂ ਇਸ ਗੱਲ ਦੀ ਖਬਰ ਹੋਈ ਨਾ ਕਿ ਸਿੰਘ ਜਿਹੜੇ ਨੇ ਦਿੱਲੀ ਦੇ ਵਿੱਚ ਜਾ ਵੜੇ ਨੇ, ਤੇ ਇਹਨੂੰ ਹੱਥਾਂ ਪੈਰਾਂ ਦੀ ਪੈ ਗਈ। ਕਹਿਣ ਲੱਗਾ ਹੁਣੇ ਤਾਂ ਇਹਨਾਂ ਨੂੰ ਖਤਮ ਕੀਤਾ ਸੀ ਤੇ ਇਹ ਫਿਰ ਜਿਹੜੇ ਨੇ ਕਾਬਜ ਹੋ ਗਏ ਦਿੱਲੀ ਤੇ ਜਾ ਕਰਕੇ। ਜਿਹੜੀ ਦਿੱਲੀ ਮੈਂ ਫਤਿਹ ਕੀਤੀ, ਜੇ ਹੁਣ ਮੈਂ ਉੱਧਰ ਨੂੰ ਗਿਆ ਹਣਾ ਕਿਤੇ ਮੇਰੇ ਕੋਲੋਂ ਦਿੱਲੀ ਜਿਹੜੀ ਹੈ ਉਹ ਹਾਰੀ ਜਾਵੇ। ਮੈਂ ਮਰਹੱਟਿਆਂ ਨੂੰ ਮਾਰ ਦਿੱਤਾ, ਮੈਂ ਜਿਹੜੇ ਨੇ ਪਠਾਨਾਂ ਨੂੰ ਮਾਰ ਦਿੱਤਾ, ਇੰਨੀ ਵਾਰ ਫਤਿਹ ਪਾਈ ਹੈ। ਇਹ ਖਾਲਸਾ ਮਕਾਉਂਦਾ ਹਾਂ, ਇਹ ਖਾਲਸਾ ਮੁੱਕਦਾ ਨਹੀਂ।
ਵੱਡੇ ਘੱਲੂ ਘਾਰੇ ਮੈਂ ਕਰਾ ਦਿੱਤੇ ਛੱਟੇ, ਵਾਹਿਗੁਰੂ ਛੋਟੇ ਘੱਲੂ ਘਾਰੇ ਆਪਾਂ ਕਰਾ ਦਿੱਤੇ। ਇੰਨੇ ਸਿੱਖ ਰੋਜ਼ ਮੈਂ ਮਾਰ ਰਿਹਾ ਤੇ ਇਹ ਕਦੀ ਖਾਲਸਾ ਮੁੱਕਦਾ ਨਹੀਂ ਪਿਆ। ਹੁਣ ਕਾਰਨ ਵਿੱਚ ਦੱਸਾਂ ਕੀ ਸੀ ਗੁਰੂ ਕੀ ਸੰਗਤ ਜੀ? ਕਾਰਨ ਇਹ ਸੀ ਕਿ ਅਬਦਾਲੀ ਸਿੱਖਾਂ ਨੂੰ ਥੋੜ੍ਹਾ ਲੁੱਟਣ ਆਉਂਦਾ ਸੀ, ਉਹ ਤੇ ਹਿੰਦੁਸਤਾਨ ਨੂੰ ਲੁੱਟਣ ਆਉਂਦਾ ਸੀ। ਉਹ ਸਿੱਖਾਂ ਦੇ ਕੋਲੋਂ ਇਸ ਕਰਕੇ ਦੁਖੀ ਸੀ ਕਿ ਜਿਹੜਾ ਲੁੱਟ ਦਾ ਸਮਾਨ ਉਹ ਪੰਜਾਬ ਦੇ ਵਿੱਚੋਂ ਲੰਘਾ ਕੇ ਖੜਦਾ ਸੀ ਨਾ, ਸਿੱਖ ਉਹ ਖੋਹ ਲੈਂਦੇ ਸਨ। ਬਸ ਇਹਨਾਂ ਮੁਹਿੰਮਾਂ ਤੋਂ ਸਿੱਖਾਂ ਦੇ ਨਾਲ ਵੈਰ ਲੈਂਦਾ ਪਿਆ ਸੀ ਵੀ ਮੈਂ ਹਿੰਦੁਸਤਾਨ ਨੂੰ ਆਪਣੇ ਕਬਜ਼ੇ 'ਚ ਕਰਨਾ ਚਾਹੁੰਦਾ ਹੈ। ਤੇ ਜਦੋਂ ਹਿੰਦੁਸਤਾਨ 'ਤੇ ਹਮਲਾ ਕੀਤਾ ਤੇ ਕਾਬਲ ਨੂੰ ਨਿਕਲਣ ਲੱਗਿਆ, ਉਹਨੂੰ ਪੰਜਾਬ ਦਾ ਰਸਤਾ ਚੁਣਨਾ ਪੈਂਦਾ ਸੀ। ਤੇ ਪੰਜਾਬ ਦੇ ਸੂਰਮੇ, ਪੰਜਾਬ ਦੇ ਬੱਬਰ ਸ਼ੇਰ, ਪੰਜਾਬ ਦਾ ਖਾਲਸਾ ਜਿਹੜਾ ਹੈ ਅਬਦਾਲੀ ਨੂੰ ਕਦੀ ਸੁੱਕਾ ਜਾਣ ਨਹੀਂ ਸੀ ਦਿੰਦਾ। ਇਸ ਕਰਕੇ ਇਹਦਾ ਖਾਲਸੇ ਦੇ ਨਾਲ ਜਿਹੜਾ ਸੀ ਨਾ ਸ਼ੁਰੂ ਤੋਂ ਹੀ ਵੈਰ ਰਿਹਾ। ਜਿੰਨੀ ਵਾਰ ਵੀ ਇਹ ਹਿੰਦੁਸਤਾਨ ਦੀ ਧਰਤੀ 'ਤੇ ਆਇਆ ਉਹਦਾ ਖਾਸ ਕੋਈ ਵੈਰ ਨਹੀਂ ਸੀ ਕਿ ਉਹ ਸਿੱਖਾਂ ਨੂੰ ਉਜਾੜਨ ਆਉਂਦਾ ਸੀ। ਉਹ ਆਪਣੇ ਹਿੰਦੁਸਤਾਨ ਦਾ ਮਾਲ ਸ਼ਮਿਆਨਾ ਲੁੱਟਣ ਆਉਂਦਾ ਸੀ, ਪਰ ਖਾਲਸਾ ਜਿਹੜਾ ਸੀ ਮੁਹਿੰਮਾਂ 'ਤੇ ਚੜ੍ਹ ਜਾਂਦਾ ਸੀ ਵੀ ਆਪਾਂ ਜਾਣ ਨਹੀਂ ਦੇਣਾ। ਇਸ ਕਰਕੇ ਖਾਲਸੇ ਨਾਲ ਉਹਦਾ ਬੜਾ ਵੈਰ ਸੀ। ਹੁਣ ਉਹ ਹੱਥੋਂ ਪੈਰਾਂ ਦੀ ਉਹਨੂੰ ਪੈ ਗਈ ਕਿ ਜੇ ਹੁਣ ਮੈਂ ਨਜ਼ੀਬ ਖਾਨ ਰਹੀਲੇ ਦੀ ਮਦਦ ਕਰਨ ਗਿਆ ਤੇ ਕਿਤੇ ਕੰਮ ਜਿਹੜਾ ਹੈ ਖਰਾਬ ਹੋ ਨਾ ਜਾਵੇ। ਉਹ ਠੰਡੇ ਹੋ ਕੇ ਲੈ ਰਿਹਾ ਹੈ, ਸਿਰ ਨੂੰ ਆਪਣੇ ਨੂੰ ਜਿਹੜਾ ਹੈ ਖੁਰਚ ਰਿਹਾ ਹੈ। ਕਦੀ ਪੈਰ ਦੀ ਉਂਗਲ ਦੇ ਨਾਲ ਮਿੱਟੀ ਪੁੱਟਦਾ ਹੈ, ਕਦੀ ਹੱਥਾਂ ਦੀਆਂ ਉਂਗਲਾਂ ਦੇ ਨਾਲ ਮਿੱਟੀ ਖਰੋਚੀ ਜਾ ਰਿਹਾ ਹੈ। ਤੇ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਇੱਟ ਨਿਕਲ ਕੇ ਇਹਦੇ ਨੱਕ 'ਤੇ ਵੱਜੀ ਹੋਈ ਸੀ, ਉਹ ਬੜਾ ਵੱਡਾ ਜਿਹੜਾ ਸੀ ਨਾਖੂਰ ਜ਼ਖਮ ਬਣ ਚੁੱਕਾ ਸੀ, ਜਿਹਦੇ ਕਰਕੇ ਉਹਦੀ ਪੀੜ ਮਰਦੇ ਦਮ ਤੱਕ ਜਿਹੜੀ ਸੀ ਉਹ ਜਾਣੀ ਤੇ ਹੈ ਨਹੀਂ ਇਹਦੇ। ਉਹ ਪੀੜ ਵੀ ਇਹਨੂੰ ਦਿਨੋਂ ਦਿਨ ਜਿਹੜੀ ਸੀ ਸਤਾ ਰਹੀ ਸੀ। ਇੱਕ ਪਾਸੇ ਉਹ ਦਰਦ ਸਤਾ ਰਿਹਾ ਹੈ ਇਹਨੂੰ, ਦੂਜੇ ਪਾਸੇ 30 ਕਰੋੜ ਰੁਪਈਆ ਮੰਨ ਲਿਆ ਹੈ ਨਜ਼ੀਬ ਖਾਨ ਰਹੀਲੇ ਦੇ ਕੋਲੋਂ ਕਿ 30 ਕਰੋੜ ਦੇ ਦੇ ਤੇ ਮੈਂ ਤੈਨੂੰ ਬਚਾ ਲਵਾਂਗਾ। ਤੀਜੇ ਪਾਸੇ ਖਾਲਸਾ ਹੈ। ਹੁਣ ਤਿੰਨਾਂ ਵਿਪਤਾਵਾਂ ਦੇ ਵਿੱਚੋਂ ਇਹ ਸੋਚਦਾ ਪਿਆ ਹੈ ਕਿ 30 ਕਰੋੜ ਵੀ ਗਿਆ ਲੱਗਦਾ ਮੈਨੂੰ ਹੁਣ, ਤੇ ਖਾਲਸੇ ਦੇ ਜੇ ਮੈਂ ਅੰਦਰ ਗਿਆ ਤੇ ਖਾਲਸੇ ਨੇ ਮੈਨੂੰ ਹੁਣ ਛੱਡਣਾ ਨਹੀਂ, ਤੇ ਜੇ ਆਹ ਦੁੱਖ ਦੀ ਗੱਲ ਕਰਦਾ ਹੈ ਤੇ ਇਹ ਦਿਨੋਂ ਦਿਨ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ। ਕਿਸ ਤਰ੍ਹਾਂ ਇਹ ਹਿੰਦੁਸਤਾਨ ਦੀ ਧਰਤੀ 'ਤੇ ਪੈਰ ਰੱਖਦਾ ਹੈ ਜਾਂ ਨਹੀਂ ਰੱਖਦਾ, ਨਜ਼ੀਬ ਖਾਨ ਰਹੀਲਾ ਬਚਦਾ ਹੈ ਜਾਂ ਨਹੀਂ ਬਚਦਾ, ਜਵਾਹਰ ਮਲ ਨੂੰ ਫਿਰ ਰਾਜ ਭਾਗ ਮਿਲਦਾ ਹੈ ਜਾਂ ਨਹੀਂ ਮਿਲਦਾ, ਆਉਣ ਵਾਲੇ ਕਥਾ ਦੇ ਪ੍ਰਕਰਨ ਦੇ ਵਿੱਚ ਸਰਵਣ ਕਰਾਂਗੇ। ਇਨੀ ਸੇਵਾ ਪ੍ਰਵਾਨ ਕਰਨੀ ਜੀ, ਭੁੱਲਾਂ ਦੀ ਖਿਮਾ ਵਿਸਰ ਨਾਹੀ ਦਤਾ।